Hello students, I hope you all are very well. Today we are going to discuss relative velocity. Before discussing this topic, we will take an example from our daily life. So what is the example? In our daily life, we travel through car, bus or motorcycle. What do you observe in your surrounding? We observe that the things like house, trees are moving in opposite direction in which we are traveling. So what is the meaning of that? ਕਾ ਦੇਖੋ ਕੀ ਆ ਉਹਦਾ ਮੀਨਿੰਗ ਕਿ ਜਦੋਂ ਆਪਾਂ ਟਰੈਵਲ ਕਰਦੇ ਪਏ ਆ ਕੀ ਹੁੰਦਾ ਵਾ ਜਿਹੜੀਆਂ ਥਿੰਗਸ ਆਪਾਂ ਨੂੰ ਕੀ ਕਰਦੀਆਂ ਵਾ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਮੂਵ ਹੁੰਦੀਆਂ ਅਪੀਅਰ ਹੁੰਦੀਆਂ। ਹੁਣ ਦੇਖੋ ਕੀ ਹੁੰਦਾ ਵਾ ਕਿ ਜਿਹੜੀ ਉਹਨਾਂ ਦੀ ਮੂਵਿੰਗ ਦੀ ਡਾਇਰੈਕਸ਼ਨ ਆ ਠੀਕ ਆ ਉਹ ਮੂਵਿੰਗ ਦੀ ਡਾਇਰੈਕਸ਼ਨ ਕੀ ਆ ਆਪਣੀ ਜਿਹੜੀ ਪੋਜੀਸ਼ਨ ਆ ਲਗਾਤਾਰ ਚੇਂਜ ਕਰਦੀ ਪਈ ਆ। ਦੇਖੋ ਆਪਾਂ ਵੀ ਆਪਣੀ ਪੋਜੀਸ਼ਨ ਜਦੋਂ ਮੂਵ ਕਰਦੇ ਆ ਲਗਾਤਾਰ ਚੇਂਜ ਕਰਦੇ ਪਏ ਆ ਤੇ ਉਹ ਵੀ ਆਪਣੀ ਪੋਜੀਸ਼ਨ ਆ ਜਿਹੜੀ ਚੇਂਜ ਕਰਦੇ ਪਏ ਆ। ਇਹਦਾ ਮਤਲਬ ਦੋਵੇਂ ਆਬਜੈਕਟ ਕੀ ਆ ਆਪਣੀ ਜਿਹੜੀ ਪੋਜੀਸ਼ਨ ਆ ਉਹ ਕੀ ਕਰਦੇ ਪਏ ਆ ਚੇਂਜ ਕਰਦੇ ਪਏ ਆ ਟਾਈਮ ਦੇ ਨਾਲ ਨਾਲ ਠੀਕ ਆ। ਜਦੋਂ ਕੋਈ ਆਬਜੈਕਟ ਇੱਕ ਦੇ ਵਿਦ ਰਿਸਪੈਕਟ ਠੀਕ ਆ ਜਿਵੇਂ ਮੈਂ ਆ ਫਿਕਸ ਆ ਵਾਈਟ ਬਲੈਕ ਬੋਰਡ ਕਾ ਇਹ ਫਿਕਸ ਆ ਮੈਂ ਹੁਣ ਮੂਵ ਕਰਨਾ ਸ਼ੁਰੂ ਕਰ ਗਿਆ ਮੈਂ ਇਸ ਤੋਂ ਅੱਗੇ ਆਉਣਾ ਸ਼ੁਰੂ ਕਰ ਗਿਆ। ਜਦੋਂ ਮੈਂ ਮੂਵ ਕਰਦਾ ਪਿਆ ਵਾਂ ਦੇਖੋ ਡਿਸਟੈਂਸ ਕੀ ਵਧਣਾ ਸ਼ੁਰੂ ਹੋ ਗਿਆ ਮਤਲਬ ਮੈਂ ਇਹਦੇ ਰਿਲੇਟਿਵ ਆਪਣੀ ਪੋਜੀਸ਼ਨ ਨੂੰ ਕੀ ਕਰਦਾ ਪਿਆ ਚੇਂਜ ਕਰਦਾ ਪਿਆ। ਮਤਲਬ ਜਦੋਂ ਆਪਾਂ ਕਿਸੇ ਚੀਜ਼ ਦੇ ਨਾਲ ਰਿਲੇਟ ਕਰਦੇ ਪਏ ਆ ਹੁਣ ਮੈਂ ਇਸ ਵਾਈਟ ਬੋਰਡ ਬਲੈਕ ਬੋਰਡ ਦੇ ਨਾਲ ਆਪਣੀ ਪੋਜੀਸ਼ਨ ਨੂੰ ਰਿਲੇਟ ਕਰਦਾ ਪਿਆ ਕਿ ਮੇਰੀ ਪੋਜੀਸ਼ਨ ਟਾਈਮ ਦੇ ਨਾਲ ਨਾਲ ਚੇਂਜ ਹੋਊ ਜਦੋਂ ਮੈਂ ਮੂਵ ਕਰੂੰਗਾ। ਜਦੋਂ ਚੇਂਜ ਹੋਊ ਮੇਰੀ ਪੋਜੀਸ਼ਨ ਆਪਾਂ ਉਹਨੂੰ ਕੀ ਕਹਿੰਦੇ ਆ ਕਿ ਰੇਟ ਆਫ ਚੇਂਜ ਆਫ ਰਿਲੇਟਿਵ ਪੋਜੀਸ਼ਨ ਆਫ ਦਾ ਬੋਡੀ ਵਿਦ ਰਿਸਪੈਕਟ ਟੂ ਆਬਜ਼ਰਵਰ ਠੀਕ ਆ। ਆਬਜ਼ਰਵਰ ਦੇ ਵਿਦ ਰਿਸਪੈਕਟ ਜਦੋਂ ਕਿਸੇ ਬੋਡੀ ਦੀ ਪੋਜੀਸ਼ਨ ਦੇ ਵਿੱਚ ਚੇਂਜ ਹੁੰਦਾ ਟਾਈਮ ਦੇ ਨਾਲ ਨਾਲ ਠੀਕ ਆ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਰਿਲੇਟਿਵ ਵੈਲੋਸਿਟੀ। ਇੱਕ ਹੋਰ ਐਗਜ਼ਾਮਪਲ ਦੇਖੋ ਕੀ ਆ ਕਿ ਜਦੋਂ ਸਪੋਜ਼ ਕਰ ਲਓ ਦੋ ਆਬਜੈਕਟ ਪੈਰਲਲ ਮੂਵ ਕਰਦੇ ਪਏ ਆ ਇੱਕ ਦੀ ਸਪੀਡ ਜ਼ਿਆਦਾ ਵਾ ਉਹ ਸਪੀਡ ਦੇ ਨਾਲ ਅੱਗੇ ਮੂਵ ਕਰ ਗਈ ਉਹਨੂੰ ਓਵਰਟੇਕ ਕਰ ਜੂਗੀ ਆਪਾਂ ਕੀ ਕਹਾਂਗੇ ਕਿ ਆਪਾਂ ਨੂੰ ਉਸ ਟਾਈਮ ਦੇ ਉੱਤੇ ਉਹਦੀ ਰੀਅਲ ਵੈਲੋਸਿਟੀ ਕੀ ਆ ਉਹ ਰੀਅਲ ਵੈਲੋਸਿਟੀ ਅਪੀਅਰ ਨਹੀਂ ਹੁੰਦੀ ਠੀਕ ਆ। ਉਹ ਸਾਰੇ ਕਨਸੈਪਟ ਨੂੰ ਆਪਾਂ ਐਕਸਪਲੇਨ ਕਰਦੇ ਆ ਰਿਲੇਟਿਵ ਵੈਲੋਸਿਟੀ ਦੇ ਨਾਲ। ਹੁਣ ਆਪਾਂ ਇਹਦੇ ਲਈ ਇੱਕ ਰਿਲੇਸ਼ਨ ਡਰਾਈਵ ਕਰਨਾ ਵਾ ਕਾ ਰਿਲੇਟਿਵ ਵੈਲੋਸਿਟੀ ਲਈ ਇਹਦੀ ਡੈਫੀਨੇਸ਼ਨ ਸੀਗੀ। ਸਪੋਜ਼ ਕਰ ਲਓ ਆ ਮੈਂ ਇੱਕ ਲਾਈਨ ਲਗਾਈ ਹੋਈ ਆ ਆਪਣਾ ਰੈਫਰੈਂਸ ਪੁਆਇੰਟ ਆ ਰੈਫਰੈਂਸ ਪੁਆਇੰਟ ਜਿੱਥੋਂ ਆਪਾਂ ਡਿਸਟੈਂਸ ਨੂੰ ਮੈਜ਼ਰ ਕਰਨਾ। ਸਪੋਜ਼ ਕਰ ਲਓ ਆਪਣੇ ਕੋਲ ਦੋ ਆਬਜੈਕਟ ਆ ਆਬਜੈਕਟ A ਆਬਜੈਕਟ B ਇਹ ਦੋ ਆਬਜੈਕਟ ਆ ਦੋਵੇਂ ਦੀ ਆਪਾਂ ਪੋਜੀਸ਼ਨ ਇੱਥੋਂ ਮੈਜ਼ਰ ਕਰਨੀ ਆ। ਸਪੋਜ਼ ਕਰ ਲਓ ਐਟ ਟਾਈਮ t = 0 ਇਨੀਸ਼ੀਅਲ ਟਾਈਮ ਨੂੰ ਆਪਾਂ 0 ਸਪੋਜ਼ ਕਰਦੇ ਆ। ਇਨੀਸ਼ੀਅਲ ਟਾਈਮ ਦੇ ਉੱਤੇ ਦੋਵਾਂ ਦੀ ਜਿਹੜੀ ਪੋਜੀਸ਼ਨ ਆ ਉਹ ਕੀ ਆ ਆਪਾਂ ਆ ਸਪੋਜ਼ ਕਰ ਲਈ ਆਪਾਂ ਮੰਨ ਲੈਂਦੇ ਆ ਆਹ ਵਾਲਾ ਜਿਹੜਾ ਡਿਸਟੈਂਸ ਆ ਠੀਕ ਆ ਇਸ ਰੈਫਰੈਂਸ ਪੁਆਇੰਟ ਤੋਂ ਆ t = 0 ਦੇ ਉੱਤੇ ਆ ਇਸ ਰੈਫਰੈਂਸ ਪੁਆਇੰਟ ਤੋਂ ਇਹਦੀ ਇਨੀਸ਼ੀਅਲ ਪੋਜੀਸ਼ਨ x01 ਸਪੋਜ਼ ਕਰ ਲਈ ਆਪਾਂ। ਇਸ ਪੋਜੀਸ਼ਨ ਤੋਂ b ਦੀ ਜਿਹੜੀ ਪੋਜੀਸ਼ਨ ਆ ਉਹ ਆਪਾਂ ਸਪੋਜ਼ ਕਰ ਲਈ x02 ਇਹ ਐਟ ਇਨੀਸ਼ੀਅਲ ਟਾਈਮ ਕਿੰਨਾ ਵਾ ਆਪਾਂ ਸਪੋਜ਼ ਕੀਤਾ 0 ਉਸ ਦੇ ਉੱਤੇ ਇਹਦੀ ਇਨੀਸ਼ੀਅਲ ਸਪੀਡ ਪੋਜੀਸ਼ਨ ਕਿੰਨੀ ਆ ਇਸ ਰੈਫਰੈਂਸ ਪੁਆਇੰਟ ਤੋਂ x01 b ਦੀ ਕਿੰਨੀ ਹੋ ਗਈ x02। ਹੁਣ ਦੇਖੋ ਜਦੋਂ ਕੋਈ ਚੀਜ਼ ਮੂਵ ਕਰਦੀ ਆ ਓਬਵੀਅਸ ਆ ਕਿ ਉਹ ਆਪਣੀ ਜਿਹੜੀ ਪੋਜੀਸ਼ਨ ਆ ਉਹ ਟਾਈਮ ਦੇ ਨਾਲ ਨਾਲ ਚੇਂਜ ਕਰੂਗੀ ਮਤਲਬ ਡਿਸਟੈਂਸ ਕੀ ਹੋਊਗਾ ਵਧੀ ਜਾਊਗਾ। ਆਪਾਂ ਮੰਨ ਲੈਂਦੇ ਆ ਕਿ ਐਟ t = t ਟਾਈਮ ਦੇ ਉੱਤੇ ਕੁਝ ਵੀ ਹੋ ਸਕਦਾ ਥੋੜੇ ਟਾਈਮ ਦੇ ਬਾਅਦ ਦੋਵਾਂ ਦੀ ਪੋਜੀਸ਼ਨ ਚੇਂਜ ਹੋ ਗਈ x ਆ ਕੀ ਹੋ ਗਈ b ਦੀ ਪੋਜੀਸ਼ਨ। ਹੁਣ ਦੇਖੋ ਇਹਨਾਂ ਦੀ ਆਪਾਂ ਇਸੇ ਰੈਫਰੈਂਸ ਪੁਆਇੰਟ ਤੋਂ ਪੋਜੀਸ਼ਨ ਦੱਸਣੀ ਹੈ ਕਿੰਨੀ ਹੋਊਗੀ। ਸਪੋਜ਼ ਕਰ ਲਓ a ਦੀ ਜਿਹੜੀ ਪੋਜੀਸ਼ਨ ਆ ਠੀਕ ਆ ਇਸ ਰੈਫਰੈਂਸ ਪੁਆਇੰਟ ਤੋਂ t ਟਾਈਮ ਦੇ ਬਾਅਦ ਉਹ ਆਪਾਂ ਸਪੋਜ਼ ਕਰ ਲੈਂਦੇ ਆ x ਠੀਕ ਆ ਜਾਂ x1 ਸਪੋਜ਼ ਕਰ ਲਓ ਤੇ b ਦੀ ਜਿਹੜੀ ਪੋਜੀਸ਼ਨ ਆ ਉਹ ਆਪਣੇ ਕੋਲ ਹੈ x2 ਕਿ ਡਾਇਗਰਾਮ ਸਮਝ ਲੱਗ ਗਈ ਨਹੀਂ ਤੁਹਾਨੂੰ ਸਿਰਫ ਆਪਾਂ ਕੀ ਕੀਤਾ ਇਨੀਸ਼ੀਅਲ ਟਾਈਮ ਤੇ ਫਾਈਨਲ ਟਾਈਮ ਜਿਹੜਾ ਆਪਾਂ t ਸਪੋਜ਼ ਕੀਤਾ ਉਹਦੇ ਤੋਂ ਆਪਾਂ ਇਹਨਾਂ ਦੋਵਾਂ ਦੀ ਆਬਜੈਕਟ A ਦੀ ਪੋਜੀਸ਼ਨ ਕਿੰਨੀ ਆ ਤੇ ਆਬਜੈਕਟ B ਦੀ ਪੋਜੀਸ਼ਨ ਕਿੰਨੀ ਆ ਉਹ ਆਪਾਂ ਮੈਂਸ਼ਨ ਕੀਤੀ ਹੈ।
ਹੁਣ ਆਪਣੇ ਕੋਲ ਜਿਹੜਾ ਵਾ x01 ਇਹ ਕੀ ਸੀਗਾ displacement of object A at t equal to 0 ਦੇ ਉੱਤੇ। ਠੀਕ ਹੈ, ਮਤਲਬ ਜਦੋਂ ਟਾਈਮ 0 ਸੀ ਉਸ ਵੇਲੇ x01 ਕੀ ਹੈ displacement of object A, x02 ਆਪਣੇ ਕੋਲ ਕੀ ਹੈ displacement of object B, B object ਦੀ displacement at t equal to 0। ਹੁਣ ਆਪਾਂ ਫਾਈਂਡ ਕਰਦੇ ਹਾਂ ਕਿ A ਦੀ ਡਿਸਪਲੇਸਮੈਂਟ ਕਿੰਨੀ ਹੋਈ। ਠੀਕ ਹੈ, ਆਪਾਂ A ਦੀ ਡਿਸਪਲੇਸਮੈਂਟ ਕੀ ਹੁੰਦੀ ਆ ਫਾਈਨਲ ਮਾਈਨਸ ਇਨੀਸ਼ੀਅਲ ਪੋਜੀਸ਼ਨ। ਸਿੰਪਲ ਆਪਾਂ ਕੈਲਕੂਲੇਟ ਕਰਨੀ ਆ, ਉਹਦੇ ਲਈ ਆਪਾਂ ਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਵੈਲੋਸਿਟੀ ਕੀ ਸੀ ਆਪਣੇ ਕੋਲ ਵੈਲੋਸਿਟੀ ਇਕੁਅਲ ਟੂ ਡਿਸਪਲੇਸਮੈਂਟ ਓਵਰ ਟਾਈਮ। ਆ ਫਾਰਮੂਲਾ ਯੂਜ਼ ਕਰਾਂਗੇ ਆਪਾਂ ਵੈਲੋਸਿਟੀ ਇਕੁਅਲ ਟੂ ਡਿਸਪਲੇਸਮੈਂਟ ਓਵਰ ਟਾਈਮ। ਹੁਣ ਆਪਾਂ ਕੈਲਕੂਲੇਟ ਕਰਦੇ ਹਾਂ ਕਿ A ਦੇ ਵਿੱਚ ਕਿੰਨੀ ਡਿਸਪਲੇਸਮੈਂਟ ਹੋਈ। ਦੇਖੋ displacement of object A object ਦੀ displacement find ਕਰਨ ਲੱਗੇ ਆ। ਫਾਰਮੂਲਾ ਮੈਂ ਤੁਹਾਨੂੰ ਦੱਸਿਆ ਹੈ, ਦੇਖੋ velocity equal to displacement over time ਤੇ ਫਿਰ displacement ਕੀ ਹੋਗੀ displacement equal to velocity into time ਹੋਗੀ। ਠੀਕ ਹੈ, displacement ਕੀ ਹੋਗੀ ਆਪਾਂ ਨੂੰ ਪਤਾ ਹੀ ਹੈ velocity ਕੀ ਹੁੰਦੀ ਹੈ ਫਾਈਨਲ ਮਾਈਨਸ ਇਨੀਸ਼ੀਅਲ ਪੋਜੀਸ਼ਨ। ਕੱਲੀ A ਦੀ ਗੱਲ ਕਰਦੇ ਪਏ ਆਪਾਂ, A ਦੀ ਫਾਈਨਲ ਪੋਜੀਸ਼ਨ ਕੀ ਆਪਣੇ ਕੋਲ x1, ਇਨੀਸ਼ੀਅਲ ਕਿੰਨੀ ਸੀਗੀ A ਦੀ x01, ਕੀ ਹੋਗੀ ਡਿਸਪਲੇਸਮੈਂਟ ਦੇਖੋ ਇਹਦੀ x1 ਫਾਈਨਲ ਚੋਂ ਇਨੀਸ਼ੀਅਲ ਆਪਾਂ ਮਾਈਨਸ ਕਰਤਾ, ਕਿਸ ਦੇ ਇਕੁਅਲ ਸੀ ਫਾਰਮੂਲਾ velocity into time। ਹੁਣ ਦੇਖੋ ਆਪਾਂ ਸਪੋਜ਼ ਕਰ ਲੈਂਦੇ ਆ velocity A ਦੀ v1 ਆ, B ਦੀ ਕਿੰਨੀ ਆ v2 ਸਪੋਜ਼ ਕਰ ਲਈ ਆਪਾਂ। velocity A ਦੀ v1 into time t। x1 ਦੀ ਵੈਲਿਊ ਦੇਖੋ ਆਪਣੇ ਕੋਲ ਕੀ ਆ ਗਈ x1 equal to ਆ ਮਾਈਨਸ ਇਸ ਸਾਈਡ ਜਾ ਕੇ ਪਲੱਸ x01 plus v1t ਇਕੁਏਸ਼ਨ ਨੰਬਰ 1। ਹੁਣ ਇਸੇ ਤਰ੍ਹਾਂ ਡਿਸਪਲੇਸਮੈਂਟ of object B, object B ਦੀ ਡਿਸਪਲੇਸਮੈਂਟ ਸਿੰਪਲ ਆ, ਇਹਦੀ ਫਾਈਨਲ ਪੋਜੀਸ਼ਨ ਕੀ ਆ x2 ਤੇ ਇਹਦੀ ਇਨੀਸ਼ੀਅਲ ਕਿੰਨੀ ਸੀ x02, ਕਿੰਨਾ ਬਣ ਜਾਊਗਾ x2 x02 ਹੁਣ ਇਨਟੂ velocity into time, ਇਹਦੀ velocity v2 ਆ ਟਾਈਮ t, x2 ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ ਆ ਮਾਈਨਸ ਇਸ ਸਾਈਡ ਜਾ ਕੇ ਪਲੱਸ ਹੋ ਜਾਊਗਾ ਰਾਈਟ ਹੈਂਡ ਸਾਈਡ x02 plus v2t इक्वेशन नंबर 2। ठीक है, ये अपने को ਕੀ ਆ ਗਿਆ इक्वेशन नंबर 2। ਹੁਣ ਸਿੰਪਲ ਆਪਾਂ ਕੀ ਕਰਨਾ ਵਾ ਦੋਵੇਂ ਇਕੁਏਸ਼ਨ ਨੂੰ ਸਬਟ੍ਰੈਕਟ ਕਰ ਲਾਂਗੇ, ਇਸ ਨੂੰ ਮੈਂ ਇਰੇਜ਼ ਕਰਨ ਲੱਗਾ। ਦੇਖੋ ਕੀ ਬਣ ਜਾਊਗਾ ਆਪਣੇ ਕੋਲ ਸਬਟ੍ਰੈਕਟ equation 1 from 2 ਇਕੁਏਸ਼ਨ ਦੇ ਵਿੱਚੋਂ ਆਪਾਂ 1 ਨੂੰ ਸਬਟ੍ਰੈਕਟ ਕਰ ਦਾਂਗੇ। ਦੇਖੋ ਕੀ ਬਣ ਜਾਊਗਾ ਲੈਫਟ ਸਾਈਡ ਲੈਫਟ ਚੋਂ ਮਾਈਨਸ ਹੋਊਗੀ, ਰਾਈਟ ਹੈਂਡ ਸਾਈਡ ਰਾਈਟ ਚੋਂ x2 x1 ਇਹਨੂੰ ਇਹਦੇ ਚੋਂ ਮਾਈਨਸ ਕਰਤਾ, ਇਸ ਸਾਈਡ ਕੀ ਬਣ ਜੂ ਦੇਖੋ x02 x01 ਤੇ ਇਸ ਦੇ ਵਿੱਚ ਦੇਖੋ ਕੀ ਬਣੂਗਾ v2 v1 into t। ਠੀਕ ਹੈ, v2t v1t ਕਰਨਾ ਸੀ ਆਪਾਂ, t ਦੋਵਾਂ ਦੇ ਵਿੱਚ ਕਾਮਨ ਆ, ਉਹ ਕੀ ਆਪਾਂ ਕਾਮਨ ਕਰ ਲਈ ਬ੍ਰੈਕਟ ਦੇ ਵਿੱਚੋਂ। ਹੁਣ ਦੇਖੋ ਸਿੰਪਲ ਆ x2 x1, ਜਦੋਂ ਆਪਾਂ ਇੱਥੇ ਪੋਜੀਸ਼ਨ ਨੂੰ ਪਲਾਟ ਕੀਤਾ ਸੀਗਾ ਆ ਸੀਗੀ x1 ਆਪਣੇ ਕੋਲ ਇੱਥੋਂ ਤੱਕ ਦੀ ਪੋਜੀਸ਼ਨ ਤੇ ਆਹ ਵਾਲੀ ਕਿੰਨੀ ਸੀਗੀ x2। ਹੁਣ ਦੇਖੋ x2 ਦੀ ਵੈਲਿਊ ਜ਼ਿਆਦਾ ਵਾ ਕਿਹਦੇ ਨਾਲੋਂ x1 ਦੇ ਨਾਲ, ਜਦੋਂ ਆਪਾਂ ਸਬਟ੍ਰੈਕਟ ਕਰਾਂਗੇ ਆਪਣੇ ਕੋਲ ਕੋਈ ਨਾ ਕੋਈ ਆਨਸਰ ਹੋਊਗਾ। ਇਸੇ ਤਰ੍ਹਾਂ ਜਦੋਂ ਆਪਾਂ
x02 ਦੇ ਵਿੱਚੋਂ x01 ਮਾਈਨਸ ਕਰਾਂਗੇ ਆਪਣੇ ਕੋਲ ਕੋਈ ਨਾ ਕੋਈ ਵੈਲਿਊ ਜ਼ਰੂਰ ਹੋਊਗੀ। ਇਸ ਕਰਕੇ ਆਪਾਂ ਇਹਨੂੰ ਪੁੱਟ ਕਰਨ ਲੱਗੇ ਆ, ਪੁੱਟ x2 minus x1 x02 minus x01 x0 ਇਹਨਾਂ ਦੋਵਾਂ ਨੂੰ ਆਪਾਂ ਪੁੱਟ ਕਰਤਾ, x2 minus x1 ਨੂੰ x ਤੇ x02 minus x1 ਨੂੰ x0। ਆ ਇਕੁਏਸ਼ਨ ਆਪਣੇ ਕੋਲ ਕੀ ਬਣ ਜੂਗੀ ਦੇਖੋ, ਇਹ ਬਣ ਜੂ ਆਪਣੇ ਕੋਲ x equal to x0 plus v2 minus v1 into t। ਹੁਣ ਆ ਇਸ ਸਾਈਡ ਲੈਫਟ हैंड ਸਾਈਡ ਆ ਕੇ ਮਾਈਨਸ ਤਾਂ ਹੋ ਜੂ x minus x0 equal to v2 minus v1 into t। आ t ਨੂੰ ਡਿਵਾਈਡ ਕਰ ਦੋ, ਕੀ ਬਣ ਜਾਊਗਾ x minus x0 by t equal to v2 minus v1। ठीक है, आ देखो अपने को फॉर्मूला बन गया फाइनल माइनस इनिशियल टोटल जितनी भी डिस्प्लेसमेंट होगी नेट डिवाइड बाय टाइम किदे कोल ਹੁੰਦੀ ਹੈ वेलोसिटी ਦੇ। ਆ ਵਾਲਾ ਜਿਹੜੇ ਆਪਣੇ ਕੋਲ ਆ ਗਿਆ v2 v1 ਇਸ ਨੂੰ ਆਪਾਂ ਕੀ ਕਹਿ ਦਿੰਦੇ ਆ ਰਿਲੇਟਿਵ वेलोसिटी। ਇਹਦਾ ਮਤਲਬ ਆਪਣੇ ਕੋਲ ਦੇਖੋ ਕੀ ਬਣ ਗਿਆ, ਜਿਹੜੀ v2 v1 ਨੂੰ ਤੁਸੀਂ ਇਸ ਤਰ੍ਹਾਂ ਵੀ ਡਿਨੋਟ ਕਰ ਸਕਦੇ ਆ v21 equal to v21 ਨੂੰ ਆਪਾਂ ਕਹਿ ਸਕਦੇ ਆ relative velocity of object b with respect to a। मतलब b ਦੀ ਜਿਹੜੀ velocity ਆ ਉਹ a ਦੇ with respect ਕਿੰਨੀ ਆ ਉਹਨੂੰ ਆਪਾਂ ਆ ਡਿਨੋਟ ਕਰਦੇ ਆ v21 equal to ਇਸੇ ਨੂੰ ਆਪਾਂ ਲਿਖਿਆ ਹੈ v21 v2 minus v1 ਇਸ ਨੂੰ ਆਪਾਂ ਬੋਲ ਦਿੰਦੇ ਆ relative velocity। ਹੁਣ ਇਹਦੇ ਕੁਝ ਸਪੈਸ਼ਲ ਕੇਸ ਆ ਜੋ ਆਪਾਂ ਡਿਸਕਸ ਕਰਨੇ ਆ। ਦੇਖੋ ਕੀ ਆ ਸਪੈਸ਼ਲ ਕੇਸ। ਫਸਟ ਕੇਸ ਆਪਣੇ ਕੋਲ ਸਪੋਜ਼ ਕਰ ਲਓ ਆਪਣੇ ਕੋਲ ਜਿਹੜੇ ਦੋ ਆਬਜੈਕਟ ਆ ਉਹ ਸੇਮ ਸਪੀਡ ਦੇ ਨਾਲ ਮੂਵ ਕਰਦੇ ਪਏ ਆ। ਦੇਖੋ ਜੇ ਸੇਮ ਸਪੀਡ ਦੇ ਨਾਲ ਮੂਵ ਕਰਦੇ ਪਏ ਆ ਆਪਾਂ ਨੂੰ ਸਿੰਪਲ ਆ ਕਿ ਜਦੋਂ ਦੋ ਆਬਜੈਕਟ ਸੇਮ ਸਪੀਡ ਦੇ ਨਾਲ ਮੂਵ ਕਰਨਗੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਕੀ ਰਹੂਗਾ ਫਿਕਸ ਰਹੂਗਾ। ठीक है, वो डिस्टेंस कदे भी चेंज नहीं होगा कदों जदों दो ऑब्जेक्ट की करते पे आ सेम स्पीड दे नाल या सेम वेलोसिटी दे नाल मूव करते पे आ वो डिस्टेंस की है दोवां दे विच फिक्स रहूगा। ਇਹਦਾ मतलब अपने कोल जेड़ा ग्राफ हो की बन जाऊगा फर्स्ट केस दे विच स्पेशल केस दे विच इफ v1 equal to v2 जे दोवें वेलोसिटी की अपने को सेम एक ਆਪਾਂ प्रूफ भी कर सकते हैं। देखो आ की बन जाऊगा आ तो दोनों सेम हो गए 0 बन गया। ਇਹਦਾ मतलब x minus x0 by t equal to 0 आ क्रॉस मल्टीप्लाई होके 0 x equal to x0। ठीक है, ਇਹਦਾ मतलब ਜਿਹੜਾ ਉਹਨਾਂ ਦੇ ਵਿੱਚ ਡਿਸਟੈਂਸ ਜੋ ਪਹਿਲਾਂ ਸੀਗਾ ਉਹ ਵੀ ਕੀ ਹੋਊਗਾ ਬਾਅਦ ਦੇ ਵਿੱਚ। ਇਹਨਾਂ ਦੇ ਵਿੱਚ ਜਿਹੜਾ ਗ੍ਰਾਫ ਆ ਬਣੂਗਾ ਆਪਣੇ ਕੋਲ ਇਹ ਆਪਾਂ ਟਾਈਮ ਦੇ ਵਿੱਚ ਤੇ ਪੋਜੀਸ਼ਨ ਦੇ ਵਿੱਚ ਗ੍ਰਾਫ ਪਲਾਟ ਕਰਦੇ ਪਏ ਹਾਂ। ठीक है, ये ऑब्जेक्ट ए सी आ ऑब्जेक्ट बी है। आ वाला जेड़ा डिस्टेंस है वो हमेशा की है फिक्स रखना वा सेम होगा कदों जदों दो ऑब्जेक्ट सेम वेलोसिटी दे नाल मूव करदे। सेकंड केस अपने कोल की है देखो कि जदों कोई ऑब्जेक्ट सेकंड केस दे विच सपोज कर लो v1 मूविंग ग्रेटर वेलोसिटी फ्रॉम v2 मतलब जेड़ा आ वाला ऑब्जेक्ट a है ਉਹ b ਦੇ ਨਾਲੋਂ ਜ਼ਿਆਦਾ ਫਾਸਟ ਟਰੈਵਲ ਕਰਦਾ ਪਿਆ। ਹੁਣ ਦੇਖੋ ਕੀ ਹੋਊਗਾ ਆ a ਹੈ ਆ a ਹੋ ਗਿਆ b। ਠੀਕ ਹੈ, ਕੀ ਹੋਊਗਾ ਆਪਣੇ ਕੋਲ ਆ ਜਦੋਂ ਫਾਸਟਰ ਵੈਲੋਸਿਟੀ ਨਾਲ ਮੂਵ ਕਰੂਗਾ ਇਹਨੇ ਇਹਨੂੰ ਕ੍ਰਾਸ ਕਰ ਜਾਣਾ। ਠੀਕ ਹੈ, ਕੋਈ ਚੀਜ਼ ਆ ਉਹ ਦੋਵਾਂ ਦੇ ਵਿੱਚ ਡਿਸਟੈਂਸ ਹੈਗਾ ਪਹਿਲਾਂ ਕਿ ਜਦੋਂ ਪਿਛਲੀ ਚੀਜ਼ ਜ਼ਿਆਦਾ ਸਪੀਡ ਦੇ ਨਾਲ ਆਊਗੀ ਕੀ ਹੋਊਗਾ ਉਹ ਸਪੀਡ ਨਾਲ ਉਹਨੂੰ ਕ੍ਰਾਸ ਕਰ ਜੂਗੀ। ਪਹਿਲਾਂ ਦੇਖੋ ਕੀ ਹੋਊਗਾ ਡਿਸਟੈਂਸ ਘਟੀ ਗਿਆ ਦੋਵਾਂ ਦੇ ਵਿੱਚ, ਇੱਥੇ ਆ ਕੇ ਦੋਵੇਂ ਪੈਰਲਲ ਹੋ ਗਏ। ਜਦੋਂ ਇਹ ਕ੍ਰਾਸ ਕਰਕੇ ਨੂੰ ਅੱਗੇ ਜਾਊਗਾ ਫਿਰ ਕੀ ਹੈ ਡਿਸਟੈਂਸ ਦੁਬਾਰਾ ਵਧਣਾ ਸ਼ੁਰੂ ਹੋ ਜਾਊਗਾ। ਠੀਕ ਹੈ, ਇਹਦਾ ਮਤਲਬ ਹੁਣ ਆਪਣੇ ਕੋਲ ਦੇਖੋ ਕੀ ਹੋਊਗਾ ਕਿ ਆਬਜੈਕਟ A ਸੀ ਜਿਹੜਾ ਇਸ ਕੇਸ ਦੇ ਵਿੱਚ ਪਹਿਲਾਂ ਤਾਂ ਉਹਦੀ ক্লোਜ਼ ਹੁੰਦਾ ਗਿਆ ਡਿਸਟੈਂਸ ਡਿਕਰੀਜ਼ ਹੋਊਗਾ ਫਿਰ ਕਿਸੇ ਪੁਆਇੰਟ ਦੇ ਉੱਤੇ ਆ ਕੇ ਉਹਨੂੰ ਕੱਟ ਕਰ ਜਾਊਗਾ। ਕੱਟ ਕਰਨ ਤੋਂ ਬਾਅਦ ਜਦੋਂ ਉਹਨੂੰ ਕ੍ਰਾਸ ਕਰੂਗਾ ਕ੍ਰਾਸ ਕਰਨ ਤੋਂ ਬਾਅਦ ਜਿਹੜਾ ਡਿਸਟੈਂਸ ਆ ਉਹ ਫਿਰ ਦੁਬਾਰਾ ਕੀ ਆ ਇਨਕਰੀਜ਼ ਹੋਣਾ ਸਟਾਰਟ ਹੋ ਜਾਊਗਾ। ठीक है, ए ऑब्जेक्ट ए सी आ बी ਇਹਦੀ वेलोसिटी v1 ਆ ਇਹਦੀ v2 ਆ।
ਕਿ ਪਤਾ ਲੱਗ ਗਿਆ ਕਿ ਜਦੋਂ ਆਬਜੈਕਟ A ਮਤਲਬ ਆਬਜੈਕਟ 1 ਗ੍ਰੇਟਰ ਸਪੀਡ ਦੇ ਨਾਲ ਮੂਵ ਕਰੂਗਾ, ਪਹਿਲਾਂ ਡਿਸਟੈਂਸ ਘਟ ਗਿਆ, ਇੱਥੇ ਆ ਕੇ ਦੋਵੇਂ ਕ੍ਰਾਸ ਕਰਕੇ ਮੈਚ ਕਰਕੇ ਬਰਾਬਰ ਆ ਗਏ, ਫਿਰ ਉਹ ਹੁਣ ਕ੍ਰਾਸ ਕਰੀ ਜਾਂਦਾ, ਡਿਸਟੈਂਸ ਕੀ ਹੋਈ ਜਾਂਦਾ, ਵਧੀ ਜਾਂਦਾ ਵਾ। ਲਾਸਟ ਕੇਸ ਆਪਣੇ ਕੋਲ ਕੀ ਹੈ, ਥਰਡ ਕੇਸ V2 ਗ੍ਰੇਟਰ ਆ ਕਿਹਦੇ ਨਾਲੋਂ, V1 ਦੇ ਨਾਲੋਂ। ਹੁਣ ਦੇਖੋ ਕੀ ਆ, ਇਹਦੀ ਸਪੀਡ ਪਹਿਲਾਂ ਹੀ ਜ਼ਿਆਦਾ, ਦੇਖੋ ਆ A ਆਬਜੈਕਟ ਆ B, ਇਹ ਜ਼ਿਆਦਾ ਸਪੀਡ ਨਾਲ ਮੂਵ ਕਰਦਾ ਪਿਆ। ਜਦੋਂ ਅੱਗੇ ਵਾਲੀ ਆਬਜੈਕਟ ਜ਼ਿਆਦਾ ਸਪੀਡ ਨਾਲ ਮੂਵ ਕਰੋ ਕੀ ਹੋਊਗਾ, ਡਿਸਟੈਂਸ ਵਧੀ ਜਾਣਾ, ਘਟਣਾ ਨਹੀਂਗਾ। ਹੁਣ ਡਿਸਟੈਂਸ ਕੀ ਆ, ਸਪੋਜ਼ ਕਰ ਲਓ ਪਹਿਲਾਂ ਇਹ ਸੀ, ਜੇ ਇਹ ਫਾਸਟ ਮੂਵ ਕਰਦਾ ਪਿਆ, ਡਿਸਟੈਂਸ ਆ ਜਿਹੜਾ ਉਹ ਕੀ ਹੋਈ ਜਾਊਗਾ, ਇਨਕਰੀਜ਼ ਹੋਈ ਜਾਣਾ ਵਾ। ਇਹਦਾ ਮਤਲਬ ਆਪਣੇ ਕੋਲ ਗ੍ਰਾਫ ਕੀ ਹੋ ਜਾਊਗਾ ਇਸ ਕੇਸ ਦੇ ਵਿੱਚ, ਆਬਜੈਕਟ A ਆਬਜੈਕਟ B ਆ ਦੇਖੋ ਪਹਿਲਾਂ ਘੱਟ ਆ, ਡਿਸਟੈਂਸ ਨੇ ਕੀ ਹੋਈ ਜਾਣਾ, ਇਨਕਰੀਜ਼ ਹੋਈ ਜਾਣਾ, ਆ ਡਿਸਟੈਂਸ ਨੇ ਵਧੀ ਜਾਣਾ ਵਾ। ਇਹ ਆਬਜੈਕਟ B ਦੇ ਲਈ ਸੀਗਾ ਗ੍ਰਾਫ, ਇਸ ਸਾਈਡ ਉਸੇ ਤਰ੍ਹਾਂ ਪੋਜੀਸ਼ਨ ਐਕਸਿਸ, ਇਸ ਸਾਈਡ ਟਾਈਮ ਐਕਸਿਸ। ਇਹ ਤਿੰਨ ਇਹਦੇ ਸਪੈਸ਼ਲ ਕੇਸ ਸੀਗੇ। ਇੱਕ ਹੋਰ ਇਹਦਾ ਕੇਸ ਆ, ਫੋਰਥ ਕੇਸ, ਕਿ ਜੇ ਦੋ ਆਬਜੈਕਟ ਆਪੋਜ਼ਿਟ ਪੋਜੀਸ਼ਨ 'ਚ ਮੂਵ ਕਰਦੇ ਪਏ ਆ, ਤਾਂ ਸਪੋਜ਼ ਕਰ ਲਓ ਇੱਕ ਇਸ ਸਾਈਡ ਮੂਵ ਕਰਦਾ ਪਿਆ, ਦੂਸਰਾ ਦੂਸਰੀ ਸਾਈਡ, ਇਹਦੀ ਵੈਲੋਸਿਟੀ v1 ਹੈ, ਇਹਦੀ v2 ਹੈ। ਹੁਣ ਉਸ ਕੇਸ ਦੇ ਵਿੱਚ ਆਪਣੀ ਰਿਲੇਟਿਵ ਵੈਲੋਸਿਟੀ ਕੀ ਹੋਊਗੀ, ਆਪਾਂ ਫਾਰਮੂਲਾ ਕੀ ਬਣਾਇਆ ਸੀਗਾ, ਜਿਹੜਾ ਇੱਥੇ ਲਿਖਿਆ ਸੀ v21 v2 v1, ਇਹ ਫਾਰਮੂਲਾ ਸੀ ਆਪਣੇ ਕੋਲ। ਹੁਣ ਦੇਖੋ ਜਦੋਂ ਵੀ ਆਪਣੇ ਕੋਲ ਆਪੋਜ਼ਿਟ ਵਾਲਾ ਕੇਸ ਹੁੰਦਾ ਵਾ, ਆਪਾਂ ਇੱਕ ਆਬਜੈਕਟ ਦੀ ਜਿਹੜੀ ਵੈਲੋਸਿਟੀ ਉਹ ਕੀ ਆ, ਨੈਗੇਟਿਵ ਲਵਾਂਗੇ। ਨੈਗੇਟਿਵ ਦਾ ਮਤਲਬ ਇੱਥੇ ਕੀ ਹੋਊਗਾ ਕਿ ਉਸ ਆਬਜੈਕਟ ਦੀ ਡਾਇਰੈਕਸ਼ਨ ਕੀ ਆ, ਉਸ ਤੋਂ ਆਪੋਜ਼ਿਟ ਆ। ਇਹਦਾ ਮਤਲਬ ਦੇਖੋ v21 v2 ਨੂੰ ਆਪਾਂ ਪੋਜ਼ਿਟਿਵ ਹੀ ਰੱਖ ਲੈਂਦੇ ਆ, ਮਾਈਨਸ ਦਾ ਸਾਈਨ ਐਜ਼ ਇਟ ਇਜ਼। ਹੁਣ v1 ਉਸ ਤੋਂ ਆਪੋਜ਼ਿਟ ਆ, ਆਪਾਂ ਕੀ ਕਿਹਾ ਸੀਗਾ, ਉਹਨੂੰ -v1 ਲਿਖਾਂਗੇ। ਆ ਮਾਈਨਸ ਦਾ ਮਤਲਬ ਕੀ ਆ, ਇਸ v1 ਦੀ ਜਿਹੜੀ ਵੈਲੋਸਿਟੀ ਆ ਇਸ v2 ਤੋਂ ਆਪੋਜ਼ਿਟ ਆ। ਕੀ ਬਣ ਜਾਊਗਾ ਇਹ, ਮਾਈਨਸ ਮਾਈਨਸ ਪਲੱਸ ਹੋ ਗਏ, v1 plus v2। ਇਹ ਕਿਹੜਾ ਕੇਸ ਸੀਗਾ, ਫੋਰਥ ਕੇਸ, ਕਿ ਜੇ ਦੋ ਆਬਜੈਕਟ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੇ ਪਏ ਆ, ਠੀਕ ਹੈ, ਡਿਫਰੈਂਟ ਵੈਲੋਸਿਟੀ ਦੇ ਨਾਲ, ਉਹਦੀ ਰਿਲੇਟਿਵ ਵੈਲੋਸਿਟੀ ਦਾ ਫਾਰਮੂਲਾ ਆਪਾਂ ਇਹ ਲਿਖਾਂਗੇ। ਠੀਕ ਹੈ, ਹੁਣ ਇੱਕ ਐਗਜ਼ਾਮਪਲ ਆਪਾਂ ਹੋਰ ਕੰਸੀਡਰ ਕਰ ਲੈਂਦੇ ਆ ਕਿ ਸਪੋਜ਼ ਕਰ ਲਓ ਆਪਾਂ ਰਿਲੇਟਿਵ ਵੈਲੋਸਿਟੀ ਫਾਈਂਡ ਕਰਨੀ ਹੈ। ਮੈਂ ਆਪਣੀ ਰਿਲੇਟਿਵ ਵੈਲੋਸਿਟੀ ਫਾਈਂਡ ਕਰਨੀ ਹੈ ਵਿਦ ਰਿਸਪੈਕਟ ਟੂ ਦਿਸ ਵਾਈਟ ਬੋਰਡ ਜਾਂ ਬਲੈਕ ਬੋਰਡ। ਤਾਂ ਦੇਖੋ ਕੀ ਹੋਊਗਾ, ਇਹ ਤਾਂ ਰੈਸਟ ਦੇ ਵਿੱਚ ਹੈ, ਠੀਕ ਹੈ, ਮਤਲਬ ਜੇ ਮੈਂ ਆਪਣੀ ਵੈਲੋਸਿਟੀ, ਠੀਕ ਹੈ, ਮੈਂ ਆਪਣੀ ਵੈਲੋਸਿਟੀ फाइंड करनी, रिलेटिव वेलोसिटी विद रिस्पेक्ट टू दिस बोर्ड, की होगा देखो वी आर मेरी वेलोसिटी माइनस वी बी इस बोर्ड की वेलोसिटी कितनी है। रिलेटिव वेलोसिटी फाइंड करने लगे, मैं अपनी रिलेटिव, मैं सपोज कर लो इस तो अवे मूव करना पे, मैं तो मूव करना पे, मेरी कोई ना कोई वेलोसिटी, पर ये तो रेस्ट दे विच है। ਇਹਦਾ मतलब मेरी रिलेटिव वेलोसिटी विद रिस्पेक्ट टू दिस बोर्ड कितनी होगी, देखो मेरी जो भी वेलोसिटी हो, जितनी वेलोसिटी नाल मैं मूव करदा, ये तो रेस्ट च है, जिहड़ी चीज रेस्ट है उसदी वेलोसिटी कितनी, 0, कितना आ जाऊगा 0, एक ही बन जाऊगा vr। ठीक है, जे आपां ऑपोजिट करिए की बन जाऊगा, जे ऑपोजिट फाइंड करनी है कि इस बोर्ड की रिलेटिव वेलोसिटी फाइंड करनी है मेरे विद रिस्पेक्ट, फिर आपां इत्थे सिंपल की कर देना VBR, इत्थे B आ जाऊगा, इत्थे R, ਇਹਦੀ वेलोसिटी 0, ਇਹਦੀ ਕਿੰਨੀ ਆ VR, ਆ ਮਾਈਨਸ ਦੇ ਆ ਜਾਣਗੇ, ਹੁਣ ਮਾਈਨਸ ਦੇ VR, ਮਾਈਨਸ ਦਾ ਮਤਲਬ ਇੱਥੇ ਕੀ ਆ, ਮੈਂ ਇਸ ਤੋਂ ਆਪੋਜ਼ਿਟ ਮੂਵ ਕਰਦਾ ਪਿਆ। ਠੀਕ ਆ, ਇਹ ਸੀਗਾ ਆਪਣੇ ਕੋਲ ਕਨਸੈਪਟ ਰਿਲੇਟਿਵ ਵੈਲੋਸਿਟੀ ਦਾ। ਲਾਸਟ ਇਹਦੇ ਵਿੱਚ ਆਪਣੇ ਕੋਲ ਡੈਫੀਨੇਸ਼ਨ ਆ ਫ੍ਰੀਲੀ ਫਾਲ ਬੋਡੀ, freely fall body, freely fall, ਹੁਣ freely fall body ਕੀ ਹੁੰਦੀ ਹੈ ਆਪਣੇ ਕੋਲ, ਸਪੋਜ਼ ਕਰ ਲਓ ਮੇਰੇ ਕੋਲ ਕੋਈ ਆਬਜੈਕਟ ਆ, ਸਪੋਜ਼ ਕਰ ਲਓ ਚਾਕ ਹੀ ਆ, ਠੀਕ ਹੈ, ਇਹ ਚਾਕ ਨੂੰ ਮੈਂ ਇਸ ਤਰ੍ਹਾਂ ਡ੍ਰੌਪ ਕਰਤਾ, ਠੀਕ ਹੈ, ਡ੍ਰੌਪ ਕਰਨ ਤੋਂ ਬਾਅਦ ਇਹ ਆਪਣੇ ਆਪ ਨੀਚੇ ਗਿਆ, ਠੀਕ ਹੈ, ਮੈਂ ਇਹਦੇ ਉੱਤੇ ਕੋਈ ਫੋਰਸ ਨਹੀਂ ਲਾਇਆ। ਕਿਹੜਾ ਫੋਰਸ ਇਹਨੂੰ ਨੀਚੇ ਲੈ ਕੇ ਗਿਆ, ਦੇਖੋ ਗ੍ਰੈਵਿਟੀ ਨੇ ਇਹਨੂੰ ਪੁੱਲ ਕੀਤਾ ਵਾ, ਹੋਰ ਤਾਂ ਕੋਈ ਚੀਜ਼ ਪੁੱਲ ਨਹੀਂ ਕਰ ਸਕਦੀ। ਠੀਕ ਹੈ, ਇਹਦਾ ਮਤਲਬ ਜਦੋਂ ਕੋਈ ਵੀ ਬੋਡੀ ਜਿਹੜੀ ਸਿਰਫ ਤੇ ਸਿਰਫ ਗ੍ਰੈਵਿਟੀ ਦੇ ਇਫੈਕਟ ਅੰਡਰ ਫਾਲ ਕਰੇ, ਉਸ ਨੂੰ ਆਪਾਂ ਕਹਿ ਦਿੰਦੇ ਆ ਫ੍ਰੀਲੀ ਫਾਲ ਬੋਡੀ।
ਇਹਦੀ ਡੈਫੀਨੇਸ਼ਨ ਕੀ ਹੈ? ਇਫ ਐਨ ਆਬਜੈਕਟ ਫਾਲ ਓਨਲੀ ਅੰਡਰ ਦਾ ਇਫੈਕਟ ਆਫ ਗ੍ਰੈਵਿਟੀ, ਠੀਕ ਹੈ, ਉਹ ਬੋਡੀ ਨੂੰ ਆਪਾਂ ਕੀ ਕਹਾਂਗੇ? ਫ੍ਰੀਲੀ ਫਾਲ ਬੋਡੀ। ਤੇ ਜਦੋਂ ਵੀ ਆਪਾਂ ਫ੍ਰੀਲੀ ਫਾਲ ਬੋਡੀ ਦੀ ਗੱਲ ਕਰਦੇ ਪਏ, ਠੀਕ ਹੈ, ਉਹ ਬੋਡੀ ਕੀ ਹੈ? ਡਾਊਨਵਰਡ ਆਉਂਦੀ ਪਈ ਹੈ, ਐਕਸਲਰੇਟ ਹੁੰਦੀ ਪਈ ਹੈ ਡਾਊਨਵਰਡ। ਉਸ ਫ੍ਰੀਲੀ ਫਾਲ ਬੋਡੀ ਦੀ ਜਿਹੜੀ ਐਕਸਲਰੇਸ਼ਨ ਆ ਹਮੇਸ਼ਾ ਇਕੁਅਲ ਹੋਊਗੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਹਦੀ ਵੈਲਿਊ ਕਿੰਨੀ ਹੈ? 9.8 ਮੀਟਰ ਪਰ ਸੈਕਿੰਡ ਸਕੁਅਰ। ਠੀਕ ਹੈ, ਲੱਗ ਗਿਆ ਪਤਾ? ਜਦੋਂ ਵੀ ਆਪਾਂ ਫ੍ਰੀਲੀ ਫਾਲ ਬੋਡੀ ਦੀ ਗੱਲ ਕਰਾਂਗੇ ਉਹਦੀ ਐਕਸਲਰੇਸ਼ਨ ਨੂੰ ਹਮੇਸ਼ਾ ਆਪਾਂ ਸਮਾਲ ਜੀ ਪੁੱਟ ਕਰਾਂਗੇ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਉਸ ਤੋਂ ਬਾਅਦ ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੋਣੀ ਆ ਕਿ ਜਦੋਂ ਮੈਂ ਇਹਨੂੰ ਡ੍ਰੌਪ ਕੀਤਾ ਸੀ, ਡ੍ਰੌਪ ਕਰਨ ਤੋਂ ਪਹਿਲਾਂ ਮੇਰੇ ਹੱਥ ਦੇ ਵਿੱਚ ਇਸ ਤਰ੍ਹਾਂ ਕੀ ਹੈ? ਰੈਸਟ ਦੇ ਵਿੱਚ ਪਈ ਹੈ। ਮਤਲਬ ਇਹਦੀ ਇਨੀਸ਼ੀਅਲ ਵੈਲੋਸਿਟੀ ਕੀ ਹੈ? ਸ਼ੁਰੂ ਦੇ ਵਿੱਚ ਦੇਖੋ ਰੈਸਟ 'ਚ ਹੈ। ਜਦੋਂ ਵੀ ਆਪਾਂ ਫ੍ਰੀਲੀ ਫਾਲ ਬੋਡੀ ਦੀ ਗੱਲ ਕਰਾਂਗੇ ਉਹਦੀ ਇਨੀਸ਼ੀਅਲ ਵੈਲੋਸਿਟੀ ਹਮੇਸ਼ਾ u ਦੇ ਨਾਲ ਡਿਨੋਟ ਕਰਦੇ ਆ, ਉਹ ਹਮੇਸ਼ਾ 0 ਮੰਨਾਂਗੇ, ਕਿਉਂਕਿ ਫ੍ਰੀਲੀ ਫਾਲ ਬੋਡੀ ਦੀ ਜਿਹੜੀ ਗ੍ਰੈਵਿਟੀ ਆ ਹਮੇਸ਼ਾ ਕੀ ਹੁੰਦੀ ਹੈ? 0। ਇਨੀਸ਼ੀਅਲ ਵੈਲੋਸਿਟੀ 0 ਹੋਗੀ ਤੇ ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦੀ ਹੈ? ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਇਕੁਅਲ। ਉਸ ਤੋਂ ਬਾਅਦ ਦੇਖੋ ਇੱਕ ਐਗਜ਼ਾਮਪਲ ਹੋਰ ਕੰਸੀਡਰ ਕਰ ਲੈਂਦੇ ਆਪਾਂ। ਸਪੋਜ਼ ਕਰ ਲਓ ਆ ਦੋ ਆਬਜੈਕਟ ਆਪਣੇ ਕੋਲ, ਠੀਕ ਹੈ, ਸਿੰਪਲ ਆ। ਇਹਨਾਂ ਦੋਵਾਂ ਨੂੰ ਮੈਂ ਨੀਚੇ ਫਾਲ ਕਰਾਂ, ਪਹਿਲਾਂ ਕੌਣ ਨੀਚੇ ਜਾਊਗਾ? ਸਿੰਪਲ ਕੁਐਸਚਨ ਆ, ਠੀਕ ਹੈ, ਪਹਿਲਾਂ ਕੌਣ ਨੀਚੇ ਜਾਊਗਾ? ਆਹ ਵਾਲਾ ਆਬਜੈਕਟ, ਠੀਕ ਹੈ, ਕਿਉਂਕਿ ਇਹਦੇ ਨਾਲੋਂ ਕੀ ਹੈ? ਹੈਵੀ ਆ, ਪੇਜ ਲਾਸਟ ਦੇ ਵਿੱਚ ਡਿੱਗੂਗਾ, ਠੀਕ ਹੈ। ਬਟ ਜੇ ਮੈਂ ਇਸ ਰੂਮ ਦੇ ਵਿੱਚ ਵੈਕਿਊਮ ਕ੍ਰੀਏਟ ਕਰਦਾ, ਵੈਕਿਊਮ ਦਾ ਮਤਲਬ ਕਿ ਇਹਦੇ ਵਿੱਚ ਕੋਈ 에ਅਰ ਨਾ ਹੋਵੇ, ਬਿਲਕੁਲ 에ਅਰ ਨਾ ਹੋਵੇ, ਠੀਕ ਹੈ, ਬਿਲਕੁਲ ਵੈਕਿਊਮ ਬਣ ਗਿਆ, ਠੀਕ ਹੈ। ਵੈਕਿਊਮ ਦਾ ਮਤਲਬ 0 에ਅਰ, ਕੋਈ 에ਅਰ ਨਾ ਹੋਵੇ, ਠੀਕ ਆ। ਉਸ ਵੇਲੇ ਕੀ ਆ? ਇਹਨਾਂ ਦੇ ਉੱਤੇ ਜਿਹੜੀ 에ਅਰ ਰੈਜ਼ਿਸਟੈਂਸ ਹੋਊਗੀ ਉਹ 0 ਬਣ ਜਾਊਗੀ। ਉਸ ਵੇਲੇ ਇਹ ਦੋਵੇਂ ਕੀ ਆ? ਪੈਰਲਲ ਇਕੱਠੇ ਹੀ ਫਾਲ ਕਰਨਗੇ। ਕਦੋਂ? ਇੱਕ ਕੰਡੀਸ਼ਨ ਆ, ਜੇ ਇੱਥੇ ਵੈਕਿਊਮ, ਮਤਲਬ ਜੇ ਆਪਾਂ ਇਹਨਾਂ ਨੂੰ ਵੈਕਿਊਮ ਦੇ ਵਿੱਚ ਦੋਵਾਂ ਨੂੰ ਸਾਈਮਲਟੇਨੀਅਸਲੀ ਡ੍ਰੌਪ ਕਰਦੇ ਆ ਤਾਂ ਉਸ ਵੇਲੇ ਕੀ ਹੋਊਗਾ? ਇਹ ਦੋਵੇਂ ਸਾਈਮਲਟੇਨੀਅਸਲੀ ਗਰਾਊਂਡ ਨੂੰ ਟੱਚ ਕਰਨਗੇ, ਠੀਕ ਹੈ, ਇਕੱਠੇ। ਆਈ ਨਹੀਂ ਫਿਰ ਇਹ ਪਹਿਲਾਂ ਜਾਊਗਾ, ਠੀਕ ਹੈ। ਉਸ ਵੇਲੇ ਸਿਰਫ ਇਹਨਾਂ ਦੇ ਉੱਤੇ ਇੱਕੋ ਫੋਰਸ ਲੱਗਦਾ ਵਾ, ਉਹ ਫੋਰਸ ਕੀ ਹੁੰਦਾ ਵਾ? ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਠੀਕ ਹੈ। ਕਦੋਂ? ਜੇ ਇਹ ਦੋਵੇਂ ਕੀ ਆ? ਵੈਕਿਊਮ ਦੇ ਵਿੱਚ ਆ। ਥੈਂਕਸ।